ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਲੜੀਵਾਰ ਪ੍ਰੋਗਰਾਮ 1947 ਦਾ ਸੰਤਾਪ 1947 ਦੇ ਸੰਤਾਪ ਪ੍ਰੋਗਰਾਮ ਦੇ ਤਹਿਤ ਜਿੱਥੇ ਅਸੀਂ 1947 ਦੇ ਵਿੱਚ ਜਿਹੜੇ ਆਪਣੇ ਬਜ਼ੁਰਗ ਦਾਦੇ ਪੜਦਾਦੇ ਦੀਆਂ ਧਰਤੀਆਂ ਨੂੰ ਛੱਡ ਕੇ ਇਸ ਨਵੇਂ ਇਲਾਕੇ ਦੇ ਵਿੱਚ ਆਏ ਨੇ, ਜਿੱਥੇ ਅਸੀਂ ਉਹਨਾਂ ਬਜ਼ੁਰਗਾਂ ਦੀ ਕਹਾਣੀ ਇਸ ਚੈਨਲ ਦੇ ਮਾਧਿਅਮ ਦੇ ਦੁਆਰਾ ਆਪ ਜੀ ਦੇ ਰੂਬਰੂ ਲੈ ਕੇ ਆਉਂਦੇ ਹਾਂ। ਉੱਥੇ ਨਾਲ ਹੀ ਨਾਲ ਜੋ ਜੰਮੂ ਕਸ਼ਮੀਰ ਦੇ ਇਤਿਹਾਸ ਦੇ ਉੱਤੇ ਸਾਡਾ ਕੰਮ ਚੱਲ ਰਿਹਾ, ਸਾਧ ਸੰਗਤ ਡਾਕੂਮੈਂਟਰੀਆਂ ਜਿਹੜੀਆਂ ਅਸੀਂ ਬਣਾ ਰਹੇ ਹਾਂ, ਇਸ ਸੰਬੰਧ ਦੇ ਵਿੱਚ ਕੋਈ ਵੀ ਸਾਨੂੰ ਜੰਮੂ ਕਸ਼ਮੀਰ ਦੇ ਵਿੱਚ ਕੋਈ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਦਾ ਇਤਿਹਾਸ ਦੇ ਪ੍ਰਤੀ ਰੁਝਾਨ ਜਾਂ ਜਿਨ੍ਹਾਂ ਦੇ ਕੋਲ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਨਾਲੇਜ ਹੋਵੇ, ਉਹਨੂੰ ਆਮ ਸੰਗਤ ਦੇ ਸਾਹਮਣੇ ਲਿਆਉਣ ਵਾਸਤੇ ਅਸੀਂ ਉਹਨਾਂ ਲੋਕਾਂ ਤੱਕ ਵੀ ਪਹੁੰਚ ਕਰਦੇ ਹਾਂ। ਪੁੰਛ ਇਲਾਕੇ ਦੇ ਵਿੱਚ ਅੱਜ ਪਹੁੰਚੇ ਹਾਂ ਸਾਧ ਸੰਗਤ। ਜਿੰਨੇ ਵੀ ਬਜ਼ੁਰਗਾਂ ਦੇ ਅਸੀਂ ਇੰਟਰਵਿਊ ਕੀਤੇ ਨੇ, ਉਹਦੇ ਵਿੱਚ ਉਹਨਾਂ ਬਜ਼ੁਰਗਾਂ ਦੇ ਜਿਹੜੇ ਆਮ ਤੌਰ 'ਤੇ ਜਿਹੜੀਆਂ ਸਾਡੇ ਉਸ ਸਮੇਂ ਦੇ ਪ੍ਰਚਾਰਕ ਕੇਂਦਰ ਜਿਹੜੇ ਸਨ, ਉਹਨਾਂ ਦੇ ਬਾਰੇ ਸਾਡੇ ਬਜ਼ੁਰਗ ਜਿਹੜਾ ਵੀ ਜ਼ਿਕਰ ਕਰਦੇ ਸਨ। ਕੋਸ਼ਿਸ਼ ਕੀਤੀ ਗਈ ਵੀ ਉਹਨਾਂ ਪ੍ਰਚਾਰਕ ਕੇਂਦਰਾਂ ਵਿੱਚ ਉਹਨਾਂ ਸਮਿਆਂ 'ਚ ਕਿਸ ਢੰਗ ਨਾਲ ਪ੍ਰਚਾਰ ਹੁੰਦਾ ਸੀ, ਕਿੱਦਾਂ ਦਾ ਉਹਦਾ ਉਸ ਸਮੇਂ ਉਹਨਾਂ ਵਿੱਚ ਪ੍ਰਬੰਧ ਚੱਲਦਾ ਸੀ। ਇਸ ਸੰਬੰਧ ਦੇ ਵਿੱਚ ਵੀ ਲੋਕਾਂ ਦੇ ਨਾਲ ਵੱਧ ਤੋਂ ਵੱਧ ਜਿਹੜੀ ਇਹ ਵਿਚਾਰ ਕੀਤੀ ਜਾਏ। ਸੋ ਭਾਈ ਸਾਹਿਬ ਨਾਲ ਵਿਚਾਰ ਕਰਦੇ ਹਾਂ, ਜਿੱਥੇ ਅਸੀਂ 1947 ਦੀ ਇਹਨਾਂ ਨਾਲ ਬਾਤ ਕਰਨੀ ਹੈ, ਉੱਥੇ ਨਾਲ ਹੀ ਨਾਲ ਇੱਕ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਪ੍ਰਚਾਰਕ ਕੇਂਦਰ ਅੱਜ ਵੀ ਪੁੰਛ ਦੇ ਵਿੱਚ ਖੜੀ ਧਰਮਸ਼ਾਲਾ ਦੇ ਵਿੱਚ ਜਿਹੜਾ ਸੀ, ਉਸ ਗੁਰਦੁਆਰਾ ਸਾਹਿਬ ਦਾ ਪਿਛੋਕੜ ਕੀ, ਉਹਦਾ ਇਤਿਹਾਸ ਕੀ, ਉਹਦਾ ਮਿਥਿਹਾਸ ਕਿੱਦਾਂ, ਉਹਨਾਂ ਸਮਿਆਂ ਦੇ ਵਿੱਚ ਉਹਨੂੰ ਕਾਹਦੇ ਲਈ ਬਣਾਇਆ ਗਿਆ ਸੀ, ਅੱਜ ਵਰਤੋਂ ਕਿੱਦਾਂ ਦੀ, ਇਹਦੇ ਉੱਤੇ ਵੀ ਉਹਨਾਂ ਨਾਲ ਵਿਚਾਰ ਕਰਨੀ ਹੈ। ਸੋ ਪਾਪਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਪਾਪਾ ਜੀ ਸੁਣਾਓ ਜੀ, ਸਭ ਤੋਂ ਪਹਿਲੇ ਸੇ ਠੀਕ ਠਾਕ ਹੈ? ਹਾਂਜੀ ਠੀਕ ਹੈ। ਹੋਰ ਤੁਸੀਂ ਵੀ ਠੀਕ ਹੋ ਸਰ? ਬਸ ਠੀਕ ਠਾਕ ਸਾ ਮਾਤਾ ਰਾਜੋ। ਅੱਛਾ, ਹੋਰ ਪਰਿਵਾਰ ਠੀਕ ਹੈ? ਹਾਂਜੀ ਸਭ ਠੀਕ। ਅੱਛਾ, ਤੁਸੀਂ ਪਹਿਲਾਂ ਮੈਨੂੰ ਦੱਸੋ ਕੀ ਨਾਮ ਸਾਡਾ? ਮੇਰਾ ਨਾਮ ਕੁਲਦੀਪ ਸਿੰਘ। ਅੱਛਾ, ਤੇ ਤੂੰ ਸਾਡਾ ਅੱਛਾ ਗੱਲ ਸੁਣਾ, ਇਸਕਾ ਤੁਸੀਂ ਪੁੰਛੀ 'ਚ ਵੀ ਬੋਲੀ ਸਕਨੇ ਦਿਆ? ਹਾਂਜੀ ਹਾਂ, ਪੁੰਛੀ ਬੋਲ ਸਕਦਾ मैं बोल सकना है मैं। ਹਾਂਜੀ, ਅਸੀਂ ਸਾਰਾ ਕਰਨੇ ਦੇ ਨਾ। ठीक है। ਅੱਛਾ ਮੇਰੀ ਗੱਲ ਸੁਣੋ, ਐਟ ਪ੍ਰੈਜ਼ੈਂਟ ਤੁਸੀਂ ਪੁੰਛ ਰਹੇ ਨੇ ਨਾ? जी हाँ, अस एक ਬਾਰਡਰ ਗ੍ਰਾਂ ਸਾਡਾ ਖੜੀ ਧਰਮਸਾਲ ਉੱਥੇ ਜਿਹੜਾ ਚੱਕਾ ਨੇ ਬਾਗ ਨੇ ਨਾਲ ਹੈ ਬਿਲਕੁਲ, ਜਿਹੜਾ ਚੱਕਾਂ ਦਾ ਬਾਗ ਜਿੱਥੇ ਆਪਣੇ ਬੱਸ ਵਗੈਰਾ ਜਾਂਦੀ ਸੀ, ਜਿੱਥੇ ਟ੍ਰੇਡ ਸੈਂਟਰ ਹੈ ਜਿੱਥੇ। ਅੱਜ ਕੱਲ੍ਹ ਬੰਦ ਹੋ ਗਿਆ ਦਾ ਟ੍ਰੇਡ ਸੈਂਟਰ, ਲੇਕਿਨ ਪਹਿਲਾਂ ਚੱਲਦਾ ਸੀ। ਕੁਛ ਆਪਸੀ ਤਲਕਾਤ, ਕੁਛ ਹੇਰਾ ਫੇਰੀਆਂ ਹੋਈਆਂ, ਤੁਸੀਂ ਸਾਡੀ ਗੌਰਮੈਂਟ ਨੇ ਉਹ ਬੰਦ ਕਰ ਦਿੱਤਾ। ਅੱਛਾ ਕੀਤਾ। ਅੱਛਾ, ਹੁਣ ਟ੍ਰੇਡ ਨਹੀਂ ਉੱਥੇ? ਨਹੀਂ, ਉਹ ਟ੍ਰੇਡ ਅੱਜ ਕੱਲ੍ਹ ਬੰਦ ਹੈ। ਅੱਛਾ ਗੱਲ ਸੁਣੋ ਪਾਪਾ, ਜਿਹੜੇ ਲੋਕ 47 ਜਿਸ ਤਰ੍ਹਾਂ ਸਾਡੇ ਬਜ਼ੁਰਗ ਉੱਥੋਂ ਉੱਠ ਕੇ ਇੱਧਰ ਆਏ, ਹਾਂਜੀ, ਇਸ ਇਲਾਕੇ ਵਿੱਚੋਂ ਵੀ ਬੜੇ ਲੋਕ ਉੱਠ ਕੇ ਉਸ ਪਾਸੇ ਗਏ, ਤੇ ਉਹ ਲੋਕੀ ਵੀ ਜਿਸ ਤਰ੍ਹਾਂ ਅਸ ਸਾਡੇ ਜਾਂ ਸਾਡੇ ਕਿਸੇ ਬਜ਼ੁਰਗ ਨੇ ਨਾਲ ਉਹਨਾਂ ਸਮਿਆਂ ਨੇ ਜਿਹੜੇ ਪਿੰਡ ਦੇ ਉਹਨੇ ਪਿੰਡੇ ਨਾਲ ਜ਼ਿਕਰ ਹੋਣਾ, ਤੇ ਉਹ ਲੋਕ ਬੜਾ ਖੁਸ਼ ਹੋਣੇ ਸੁਣ ਕੇ। ਇਸ ਤਰ੍ਹਾਂ ਸਾਡੇ ਇਲਾਕੇ ਵਿੱਚ ਜਿਹੜੇ ਉਹ ਲੋਕ ਰਹਿਣੇ ਸੀ, ਉਹ ਵੀ ਲੋਕ ਜਦੋਂ ਆਪਣੇ ਪਿੰਡ ਦਾ ਨਾਂ ਸੁਣ ਲਿਆ ਖੁਸ਼ ਹੋ ਲਏ। ਤੁਹਾਡੇ ਇਸ ਖੜੀ ਧਰਮਸਾਲ ਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਸੀ? ਆਇਓ ਬੈਠੋ। ਦੇਖੋ ਜੀ, ਕਿਹੜੇ ਕਿਹੜੇ ਪਿੰਡ ਸੀ ਜਿਹੜੇ ਸਾਡੇ ਖੜੀ ਧਰਮਸਾਲ ਦੇ ਨਾਲ, ਜਿਹੜੇ ਇਸ ਵੇਲੇ ਪਾਕਿਸਤਾਨ ਦਾ ਕੁਵੈਤ ਵਿੱਚ ਆਏ ਦੇ ਹਨ ਏਰੀਏ ਵਿੱਚ, ਉਹਨਾਂ ਵਿੱਚ ਇੱਕ ਛਾਤਰਾ ਹੈ, ਭਾਂਤੀਨ ਹੈ, ਸੁਣਿਆ ਦਾ ਜਿਹੜਾ ਨਾਂ ਸੀ। ਨਹੀਂ, ਮੈਂ ਆਣਾ ਸਾਡੇ ਐਟ ਪ੍ਰੈਜ਼ੈਂਟ ਜਿਹੜੇ ਇਸ ਵੇਲੇ ਇੱਧਰ ਨਾਲ ਆਪਣੇ ਪਿੰਡ ਗਿਣਾ ਸਾਡੇ ਆਪਣੇ ਇਲਾਕੇ ਦੇ ਜਿਹੜੇ ਇੱਧਰ ਜਾ ਗੁਲਪੁਰ, ਕਸਲੀਆਂ, ਜੋਟ ਹੈ, ਦਿਗਵਾਰ ਹੈ, ਪਾਰ ਚਲਾਸ ਹੈ, ਇਹ ਸਾਡੇ ਮਤਲਬ ਖੜੀ ਦੇ ਬਿਲਕੁਲ ਸਰਾਊਂਡਿੰਗ ਵਿੱਚ ਪੈਂਦੇ ਨੇ ਜਿਹੜੇ। ਇਹ ਵੀ ਬਾਰਡਰ, ਇਹ ਮਦਾਰਪੁਰ ਵਗੈਰਾ ਹੈ। ਹਾਂ, ਮਦਾਰਪੁਰ, ਇਹ ਸਲੋਤਰੀ ਚਲਾਸ ਤੋਂ ਅੱਗੇ ਆਉਂਦਾ। ਇਹ ਤੁਹਾਡੇ ਤੋਂ ਕਿੰਨਾ ਦੂਰ ਹੈ? ਇਹ ਮਦਾਰਪੁਰ ਸਾਡੇ ਤੋਂ ਹੈ ਕੋਈ 15 ਕਿਲੋਮੀਟਰ ਪੈਂਦਾ ਹੈ। ਹਾਂਜੀ। ਅੱਛਾ, ਹਾਂਜੀ, ਇਹ ਹੁਣ ਇਹ ਪਾਰਲੇ ਇਲਾਕੇ ਦਾ? ਹਾਂ, ਪਾਰਲੇ ਇਲਾਕੇ ਮਦਾਰਪੁਰ ਦਾ ਪੁੱਲ ਹੈ ਉੱਥੇ। ਅੱਛਾ ਗੱਲ ਸੁਣਾ, ਜਿਹੜਾ ਇਹ ਤੋਲੀ ਪੀਰ ਹੈ, ਇਹ ਸਾਡੇ ਉੱਪਰ ਕਸਲੀਆਂ ਤੋਂ ਨਜ਼ਰ ਹੈ ਨਾ? ਹਾਂ, ਨਹੀਂ, ਸਾਡੇ ਖੜੀ ਤੋਂ ਵੀ ਨਜ਼ਰ ਆਉਂਦਾ ਹੈ, ਕਸਲੀਆਂ ਤੋਂ ਵੀ ਆਉਂਦਾ। ਕਸਲੀਆਂ ਤੋਂ ਨਹੀਂ ਆਉਂਦਾ, ਥੋੜਾ ਡੋਨ ਵਿੱਚ ਹੈ ਕਸਲੀਆਂ, ਲੇਕਿਨ ਖੜੀ ਧਰਮਸਾਲ ਤੋਂ ਇਹ ਨਜ਼ਰ ਆਉਂਦਾ ਪੂਰਾ। ਅੱਛਾ, ਔਰ ਚਲਾਸ ਤੋਂ ਵੀ ਨਜ਼ਰ ਆਉਂਦਾ। ਚਲਾਸ ਹੈ ਨਾ? ਹਾਂ, ਚਲਾਸ। ਇਹ ਉਹਨੇ ਨਹੀਂ ਉਸ ਵੇਲੇ ਨਹੀਂ ਕੋਈ ਜ਼ਿਆਰਤ ਸੀ, ਮਸਜਿਦ ਸੀ? ਇਹ ਜ਼ਿਆਰਤ ਸੀ। ਤੋਲੀ ਪੀਰ, ਮਤਲਬ ਕੋਈ ਉਸ ਪੀਰ ਦਾ ਨਾਮ ਤੋਲੀ ਹੋਇਆ, ਤੋਲੀ ਪੀਰ ਦੇ ਨਾਮ ਤੋਲੀ ਆਹਣਾ ਤੇ ਕੋਈ ਅਤੋਲੀ, ਕੋਈ ਅਤੋਲੀ ਵੀ ਹੈ। ਹਾਂਜੀ, ਅਤੋਲੀ ਵੀ ਹੈ ਔਰ ਤੋਲੀ ਵੀ ਹੈ। ਐਕਚੁਅਲੀ ਅਤੋਲੀ ਵਰਡ ਹੈ। ਤੇ ਉੱਥੇ ਜਿਹੜਾ ਉਹ ਮਤਲਬ ਕਾਫੀ ਹਾਈਟ ਵਿੱਚ ਹੈ, ਹਾਈ ਐਲਟੀਟਿਊਡ ਹੈ, ਉੱਥੇ ਬਰਫ਼ ਵਗੈਰਾ ਕਾਫੀ ਰਹਿੰਦੀ ਹੈ। ਅੱਛਾ। ਹਾਂਜੀ, ਇਹ ਪਾਕਿਸਤਾਨ ਵਿੱਚ ਹੈ ਇਸ ਟਾਈਮ। ਅੱਛਾ, ਲੇਕਿਨ ਸਾਡੇ ਕੋਲ ਜਿਹੜਾ ਇਹ ਇਲਾਕਾ ਤੁਹਾਡੇ ਪਿਛਲੇ ਪਾਸੇ ਛਾਂਜਲ ਵਗੈਰਾ ਪਿਆ, ਇਹ ਕਿਹੜੇ ਇਲਾਕੇ ਪਿਆ? ਛਾਂਜਲ ਇਹ ਦਿਗਵਾਰ ਤੋਂ ਪਿੱਛੇ ਪੈ ਗਿਆ ਨਾ। ਇਹ ਕੋਟਾ ਛੋਟਾ ਜਿਹੜਾ ਸੀ, ਕੋਟਾ, ਇਹ ਆਪਣੇ ਮਾਲਟੀ ਵਗੈਰਾ ਬਗੈਦਰ ਹੈ, ਉਸ ਤੋਂ ਪਿੱਛੇ ਫਿਰ ਅੱਗੇ ਛਾਂਜਲ ਕਹਿੰਦੇ ਸਨ, ਜਿੱਥੇ ਛਾਂਜਲ ਦਾ ਪੁਲ ਸੀ, ਕੋਟਾ ਬ੍ਰਿਜ ਵੀ ਜਿਸ ਨੂੰ ਕਹਿੰਦੇ ਸਨ, ਇਹ ਉਹ ਪਾਕਿਸਤਾਨ ਵਿੱਚ ਹੈ। ਇਹ ਸਾਰਾ ਪਾਰ ਰਹੀ ਹੈ ਉਹਨੇ ਨਾ? ਪਾਰ ਸੀ। ਇਹ 65 ਵੀ ਸਾਡੀ ਫੌਜ ਨੇ ਲੈ ਲਿਆ ਸੀ, ਲੇਕਿਨ ਕੋਈ ਸਮਝੌਤੇ ਦੇ ਐਗਰੀਮੈਂਟ ਦੇ ਮੁਤਾਬਕ ਉਸਨੂੰ ਵਾਪਸ ਦੇਣਾ ਪਿਆ। ਜਿਹੜੇ 65 ਵਿੱਚ ਜਾਨੀ ਇਹ ਸਾਡੇ ਇਧਰ ਨਾਲੇ ਨੇ ਪਿੰਡ ਸੀ? ਹਾਂ ਹਾਂਜੀ, ਪਿੱਛੇ ਜਿਹੜਾ ਘਰੇ 'ਚ ਥੋੜਾ ਕਿਹੜਾ ਪਿੰਡ ਸੀ ਉਧਰ ਪਾਰ? ਅਸੀਂ ਖੜੀ ਧਰਮਸਾਲ ਦੇ।
ਤੂੰ ਸ਼ੁਰੂ ਤੋਂ ਹਾਂ ਸ਼ੁਰੂ ਤੋਂ ਉੱਥੇ ਦੀ। ਅੱਛਾ, ਤੇ ਜ਼ਿਲ੍ਹਾ 1947 ਨੇ ਸਪਾਨ 'ਚ ਤੁਹਾਡਾ ਪਿੰਡ ਉੱਠਿਆ ਇਧਰੋਂ? ਹਾਂਜੀ, ਸਾਡੇ ਪਿੰਡ ਤੋਂ ਉਸ ਵੇਲੇ ਆ ਗਏ ਸਨ, ਇੱਥੇ ਪਾਕਿਸਤਾਨ ਆ ਗਿਆ ਸੀ, ਬਲਕਿ ਬਤਾੜ ਦੇ ਕਿਨਾਰੇ ਤੱਕ ਆ ਗਿਆ ਸੀ। ਬਤਾੜ ਹੈ ਜਿਹੜੀ ਆਪਣੇ ਜੋਟ ਤੋਂ ਪਿੱਛੇ ਇਲਾਕਾ, ਦੇਰੀਆਂ ਕਹਿੰਦੇ ਆ ਇਸ ਟਾਈਮ ਉਸकी। ਉੱਥੇ ਜਿਹੜਾ ਦੇਰੀਆਂ ਪਹਿਲੇ ਨਾਂ ਸੀ ਇਸ ਨੇ ਜਾਂ ਬਾਅਦ ਵਿੱਚ? ਨਹੀਂ, ਦੇਰੀਆਂ ਉੱਤੇ ਐਕਚੁਅਲੀ ਮੈਮੋਰੀਅਲ ਬਣੀ ਹੈ, ਜਿਹੜੇ ਵਾਰ ਵਿੱਚ ਸ਼ਹੀਦ ਹੋਏ ਨੇ ਸਾਡੇ ਫੌਜੀ, ਵਾਰ ਮੈਮੋਰੀਅਲ ਸੀ ਉੱਪਰ। ਜਿਹੜਾ ਉਹ ਪਹਾੜੀ ਦੇ ਉੱਪਰ ਬਣਿਆ ਦਾ ਵਾਈਟ ਕਲਰ ਦਾ, ਤੇ ਉਸ ਦਾ ਦੇਰੀਆਂ ਤਾਂ ਬਣਿਆ। ਹਾਂਜੀ ਹਾਂਜੀ, ਤੇ ਉਹ ਫਿਰ ਸ਼ਹੀਦਾਂ ਦੇ ਉੱਤੇ ਪੂਰੀ ਨਾਂ ਲਿਖਿਆ ਦਾ, ਸਾਰੀ ਡਿਟੇਲ ਫੌਜੀ ਵਗੈਰਾ ਜਿਹੜੇ ਸ਼ਹੀਦ ਹੋਏ ਨੇ। ਤੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ ਬਾਅਦ ਵਿੱਚ ਫਿਰ ਆਪਣਾ ਫੋਰਸ ਜਿਹੜੇ ਥੋੜ੍ਹੀ ਬਹੁਤੀ ਉਹਨਾਂ ਕੋਲ ਐਸੀ, ਉਹਨਾਂ ਨੇ ਬਹੁਤ ਇੱਕ ਮਤਲਬ ਪੁੰਛ ਦਾ ਸੇਵੀਅਰ ਕਹਿੰਦੇ ਨੇ ਉਸਨੂੰ, ਉਸਨੇ ਮਤਲਬ ਪੂਰਾ ਇਲਾਕਾ ਬਚਾਇਆ। ਫਿਰ ਸਾਡਾ ਖੜੀ ਧਰਮਸਾਲ ਜਿਹੜਾ ਸੀ ਫਿਰ ਵਾਪਸ ਲੈ ਲਿਆ ਉਸਨੇ। ਕਰਮਾੜੇ ਤੱਕ ਸਾਡੀ ਫੌਜ ਚਲੀ ਗਈ। ਉਸ ਤੋਂ ਅੱਗੇ ਤਰੋਟੀ ਜਿਹੜਾ ਫਿਰ ਉਹ ਪਾਕਿਸਤਾਨ ਵੀ ਰਹਿ ਗਿਆ। ਉਸ ਤੋਂ ਅੱਗੇ ਤਰੋਟੀ ਬਾਂਡੀ ਗੋਪਾਲਪੁਰ ਸੀ, ਹੁਣ ਉਸਨੂੰ ਆਬਾਸਪੁਰ ਕਹਿੰਦੇ ਨੇ, ਉਹ ਪਾਕਿਸਤਾਨ ਵਿੱਚ ਹੈ। ਤੇ ਕਰਮਾੜਾ ਖੜੀ ਵਗੈਰਾ ਇੱਥੇ ਤੱਕ ਸਾਡੀ ਫੌਜ ਨੇ ਲੈ ਲਿਆ ਸੀ ਪੂਰਾ ਇਲਾਕਾ। ਅੱਛਾ, ਜਾਨੀ ਤੁਸੀਂ ਇੱਧਰ ਰਿਹਾ? ਹਾਂ, ਅਸੀਂ ਤੁਹਾਡੀਆਂ ਜ਼ਮੀਨਾਂ ਪੂੰਛ ਆ ਗਏ ਸਨ, ਲੇਕਿਨ ਬਾਅਦ ਵੀ ਫਿਰ ਆਪਣੀ ਜ਼ਮੀਨਾਂ ਹੀ ਚਲੇ ਗਈਆਂ। ਉਹ ਤੁਹਾਡੀਆਂ ਤੁਹਾਡੇ ਕੋਲ ਹੀ ਨੇ? ਹਾਂ, ਉਹ ਸਾਡੇ ਕੋਲ ਹੀ। ਉਹ ਕੀ ਨੇ? ਤੇ ਤੁਸੀਂ ਪੜ੍ਹੇ ਵੀ ਉੱਥੋਂ ਸ਼ੁਰੂ ਪੜ੍ਹਾਈ ਉੱਥੋਂ? ਹਾਂ, ਮੈਂ ਖੜੀ ਤੋਂ ਹੀ ਮੈਂ ਉੱਥੋਂ ਹੀ ਆਉਂਦਾ ਰਿਹਾ, ਸਕੂਲ ਪੜ੍ਹਿਆ। ਫਿਰ ਨਹੀਂ, ਖੜੀ ਸਕੂਲ ਹੈ ਸੀ ਜਾਂ ਖੜੀ ਉਸ ਟਾਈਮ ਖੜੀ ਨਹੀਂ ਸੀ, ਪਹਿਲਾਂ ਜੋਟ ਆਉਂਦੇ ਸਾਂ, 5ਵੀਂ ਤੱਕ ਸੀ ਜੋਟ। ਫਿਰ ਕਰਦਿਆਂ ਬਾਅਦ 'ਚ ਅਪਗ੍ਰੇਡ ਹੋਇਆ ਤੇ ਫਿਰ ਖੜੀ ਵੀ ਬਣ ਗਿਆ। ਫਿਰ 2 ਸਾਲ ਮੈਂ ਖੜੀ ਵਾਪਸ ਜਾ ਕੇ ਤੀਸਰੀ ਦਾਖਲ ਹੋਇਆ, ਚੌਥੀ। ਫਿਰ ਉੱਥੋਂ ਲੈ ਕੇ ਫਿਰ 6ਵੀਂ ਵੀ ਅਜੋਟੋਂ ਫਿਰ ਕੀਤੀ ਵਾਪਸ ਆ ਕੇ, ਤੇ ਫਿਰ ਹਾਇਰ ਸੈਕੰਡਰੀ ਸਕੂਲ 7ਵੀਂ 'ਚ ਆਏ ਸਾਂ ਅਸੀਂ। ਉਸ ਤੋਂ ਲੈ ਕੇ ਫਿਰ ਅੱਗੇ ਜਿਹੜੀ ਵੀ ਕੀਤੀ, ਪੁੰਛੀ ਕੀਤੀ, ਗ੍ਰੈਜੂਏਸ਼ਨ ਜੋ ਵੀ ਕੀਤੀ। ਹਾਂਜੀ। ਅੱਛਾ ਪਾਪਾ, ਗੱਲ ਸੁਣਾ, ਜਿਹੜੇ ਹੁਣ ਜਿਸ ਤਰ੍ਹਾਂ ਪੁਰਾਣੇ ਬਜ਼ੁਰਗਾਂ ਕੋਲ ਮਾਤਾ ਹੋਰਾਂ ਨਾਲ ਮੈਂ ਇੰਟਰਵਿਊ ਕਰ ਆਇਆ, ਇਹ ਆਨੇ ਜਿਹੜੇ ਕਿ ਉਹਨੇ ਸਮੇਂ ਵਿੱਚ ਹਿੰਦੂ ਮੁਸਲਮਾਨ ਸਿੱਖ ਇਹ ਚੀਜ਼ ਕੱਖ ਨਹੀਂ ਸੀ, ਬੜਾ ਆਪਸੀ ਲੋਕ ਪਿਆਰ, ਇਹ ਇਤਫਾਕ ਸੀ, ਆਪਸੀ ਪਿਆਰ ਸੀ, ਬੜਾ ਸੀ। ਹਾਂ। ਅੱਛਾ, ਹੁਣ ਜਿੱਥੇ ਤੁਸੀਂ ਹੁਣ ਰਹਿੰਦੇ ਆ ਜੀ, ਇਸ ਇਲਾਕੇ ਵੀ ਮੁਸਲਮਾਨ ਬੜੇ ਨੇ? ਹਾਂ, ਬਹੁਤ ਨੇ। ਤੁਹਾਡੇ ਨਾਲ ਠੀਕ ਹੈ ਫਸਟ? ਹਾਂ, ਅੱਛੇ, ਉਹਨਾਂ ਦੇ ਅੱਛੇ ਤਲਕਾਤ ਹਨ ਸਾਡੇ ਨਾਲ, ਸਾਡੇ ਵੀ ਉਹਨਾਂ ਨਾਲ ਠੀਕ ਹੈ। ਵਿਆਹ ਸ਼ਾਦੀਆਂ ਇੱਕ ਦੂਏ ਆਉਂਦੇ, ਖੁਸ਼ੀ ਗਮੀ ਵਿੱਚ ਇੱਕ ਦੂਸਰੇ ਨਾਲ ਉੱਥੇ ਜਿਹੜੇ ਸ਼ਾਮਲ ਹੁੰਦੇ ਨੇ। ਇਹ ਭਾਜੀਆਂ ਭੁਜੀਆਂ ਸਾਡੀਆਂ? ਹਾਂਜੀ। ਅੱਛਾ, ਵਿਆਹ ਸ਼ਾਦੀਆਂ ਉਹ ਸਾਨੂੰ ਬੁਲਾਉਂਦੇ, ਸਾਡਾ ਅਲੱਗ ਫੰਕਸ਼ਨ ਰੱਖਦੇ, ਮਤਲਬ ਲੰਚ ਵਗੈਰਾ ਜਿਹੜਾ ਹੁੰਦਾ ਜਿਸ ਮੇਲ ਕਹਿੰਦੇ, ਮੇਲ ਕਰਨੇ ਜਿਹੜਾ ਉਸ ਵਿੱਚ ਹਿੰਦੂਆਂ ਸਰਦਾਰਾਂ ਦਾ ਅਲੱਗ ਕਰਦੇ ਨੇ, ਉਹ ਆਪਣਾ ਜਿਹੜਾ ਉਹਨਾਂ ਦਾ ਅਲੱਗ ਹੁੰਦਾ ਹੈ। ਹਾਂਜੀ, ਮਤਲਬ ਜਾਨੀ ਅੱਜ ਵੀ ਲੋਕ ਅੱਜ ਵੀ ਹੈ, ਇਸ ਵੇਲੇ ਵੀ ਹੈ। ਹਾਂਜੀ। ਤੇ ਜਿਹੜਾ ਇਸਨੇ ਪਾਰਲੇ ਪਾਸੇ ਇਲਾਕਾ ਦਾ ਪਾਰ ਰਹੀ ਆ, ਹਾਂਜੀ, ਉਹਨੇ ਨੇ ਜਿਹੜੇ ਸਾਡੇ ਇਧਰ ਲੋਕੀ ਉੱਠੀ ਠੀਕ ਹੈ, ਕੋਈ ਆਇਆ ਵਾਪਸ ਉਧਰੋਂ? ਕੋਈ ਨਹੀਂ ਹੈ ਜੀ? ਨਹੀਂ, ਉਹਨਾਂ ਵਿੱਚੋਂ ਨਹੀਂ ਆਇਆ ਕੋਈ। ਅੱਛਾ, ਨਹੀਂ, ਉਹਨਾਂ ਵਿੱਚ ਉਹ ਆਏ ਜਿਹੜੇ ਕੋਈ 65 ਵੀ ਚਲੇ ਗਏ ਸਨ ਅਚਾਨਕ ਬਾਰਡਰ ਕ੍ਰਾਸ ਕਰਕੇ, ਕੁਛ ਇੱਕ ਕੁੰਮੇ ਆ ਗਏ ਨੇ ਉਹਨਾਂ ਦੇ, ਲੇਕਿਨ ਮੈਕਸੀਮਮ ਨਹੀਂ ਆਇਆ ਕੋਈ ਉਧਰ ਹੀ। ਇਹ ਜਦੋਂ ਇਹ ਬੱਸ ਸੇਵਾ ਸ਼ੁਰੂ ਹੋਈ ਸੀ ਤਾਂ ਉਹ ਲੋਕ ਆਏ ਨਹੀਂ ਮਿਲੇ ਵਾਸਤੇ ਆਪਣੇ ਲੋਕ? ਉਹਨਾਂ ਦੇ ਜਿਹੜੇ ਆਪਣੇ ਰਿਸ਼ਤੇਦਾਰ ਸਨ, ਰਿਲੇਟਿਵ ਸਨ, ਉਹਨਾਂ ਨੂੰ ਮਿਲਣ ਵਾਸਤੇ ਆਣੇ ਰਹੇ ਇੱਥੇ। ਤੇ ਫਿਰ ਜਦੋਂ ਇਹ ਬੱਸ ਸਰਵਿਸ ਖਤਮ ਹੋਈ ਦੀ ਆ, ਹੁਣ ਬੰਦ ਆਈ, ਕੱਲ ਟ੍ਰੇਡ ਵੀ ਬੰਦ ਹੈ, ਬੱਸ ਸਰਵਿਸ ਵੀ ਮੇਰਾ ਖਿਆਲ ਉਹ ਵੀ ਨਾ ਨੇ ਬਰਾਬਰੀ ਆ ਹੁਣ, ਤੇ ਟ੍ਰੇਡ ਤੇ ਬਿਲਕੁਲ ਟੋਟਲੀ ਬੰਦ ਹੈ। ਤੇ ਜਿਹੜੇ ਰਾਹ ਆ ਗਏ ਦੇ ਸਨ ਬੰਦੇ, ਉਹ ਫਿਰ ਉਹਨਾਂ ਜਾਣਾ ਵੀ ਤਾਂ ਪਾਰ ਸੀ, ਉਹਨਾਂ ਨੇ ਕਰੀ ਫਿਰ ਬੱਸ ਸ਼ਾਸ ਕਿਸੇ ਇਹਨਾਂ ਨੇ ਬਾਅਦ ਵਿੱਚ ਭੇਜੇ ਉਹਨਾਂ ਵਾਪਸ ਕਿਸੇ, ਜਿਹੜੇ ਸਾਰੇ ਪਾਰ ਗਏ ਦੇ ਸਨ ਮਿਲਣ ਵਾਸਤੇ ਆਪਣੇ ਰਿਸ਼ਤੇਦਾਰਾਂ ਹੀ। ਜਿਸ ਟਾਈਮ ਇਹ ਮਤਲਬ ਕਿ ਆਉਣਾ ਜਾਣਾ ਬੰਦ ਹੋ ਗਿਆ ਤਾਂ ਫਿਰ ਉਹਨਾਂ ਕੀ ਵਾਪਸ ਆ ਗਏ, ਉਹ ਵਾਪਸ ਆ ਕੇ ਇੱਧਰ ਦੇ ਉੱਧਰ ਚਲੇ ਗਏ। ਉਸ ਤੋਂ ਬਾਅਦ ਠੱਪ ਹੋ ਗਿਆ, ਟ੍ਰੇਡ ਤੇ ਬਿਲਕੁਲ ਬੰਦ ਹੈ। ਹਾਂਜੀ। ਅੱਛਾ ਪਾਪਾ, ਮੈਂ ਗੱਲ ਉਪਰਾਈਏ ਕਿ ਜਿਹੜਾ ਸਾਡੇ ਨਾਲ ਹੈ ਗੁਰਦੁਆਰਾ ਜਿਸਕਾ ਦੇਰੀਆਂ, ਦੇਰੀ ਸਾਹਿਬ। ਹਾਂਜੀ, ਇਹਦੇ ਬਾਰੇ ਤੁਸੀਂ ਮੈਨੂੰ ਦੱਸੋ ਕਿ ਵੀ ਇਹ ਜਿਹੜਾ ਦੇਰੀ ਸਾਹਿਬ ਦਾ ਸਭ ਤੋਂ ਪਹਿਲੇ ਇਹ ਬਣਿਆ ਕਦੋਂ, ਕਿਹੜੇ ਸੰਨ 'ਚ, ਕੋਈ ਇਸ ਨਾਲ ਪੁੱਛੋ? ਹਾਂ ਸਰ, ਇਹ ਜਨਾਬ ਬਣਿਆ ਇਹ ਅੱਜ ਤੋਂ ਤਕਰੀਬਨ 160-65 ਸਾਲ ਪਹਿਲਾਂ। ਅੱਛਾ। ਇਹ ਸੰਤ ਭਾਈ ਬਹਾਦਰ ਸਿੰਘ ਸਾਹਿਬ ਜਿਹੜੇ ਹੋਏ ਨੇ, ਉਹਨਾਂ ਨੇ ਇਸ ਗੁਰਦੁਆਰੇ ਸਾਹਿਬ ਦੀ ਬੁਨਿਆਦ ਰੱਖੀ ਹੈ। ਇਹ ਕਿਹੜੀ ਜਗ੍ਹਾ ਬਹਾਦਰ ਸਿੰਘ ਸਾਹਿਬ ਕਿਹੜੀ ਹੈ? ਸੰਤ ਭਾਈ ਬਹਾਦਰ ਸਿੰਘ ਇਹ ਵੀ ਕਿਤੇ ਪਿਛਲੇ ਇਲਾਕੇ 'ਚੋਂ ਆਏ, ਮਤਲਬ ਪਹਾੜ ਇਲਾਕੇ ਵਿੱਚੋਂ ਉੱਧਰੋਂ ਹੀ ਆਏ। ਇੱਥੇ ਆ ਕੇ ਉਹਨਾਂ ਨੇ ਬੜੇ ਤਪਸਵੀ ਸਨ, ਉਹ ਬੜੇ ਸ਼ਕਤੀ ਵਾਲੇ ਸਨ, ਕਰਾਮਾਤ ਸੀ ਉਹਨਾਂ ਵਿੱਚ। ਉਹਨਾਂ ਨੇ ਤਪੱਸਿਆ ਕੀਤੀ ਆਪਣਾ। ਫਿਰ ਜਿਸ ਟਾਈਮ ਇੱਥੇ ਆਏ, ਉਹਨਾਂ ਨੇ ਆ ਕੇ ਇੱਥੇ ਇੱਕ ਬਣੀ ਦੀ ਹੈ ਦੇਰੀ, ਉੱਥੇ ਹੈ ਦੇਰੀ ਦੀ ਟਾਈਪ ਹੈ, ਉਹ ਐਕਚੁਅਲੀ ਇਹਨਾਂ ਦੀ ਉਹ ਗੁਫਾ ਇਹਨਾਂ ਦੀ ਉੱਥੇ ਸੀ ਪਹਿਲਾਂ। ਇਹ ਬੜਾ ਸਾਰੀ ਜਿਹੜੀ ਗੁਰਦੁਆਰੇ ਦੀ ਹੁਣ ਹੋਈ ਹੈ, ਇਹ ਹੁਣ ਸਾਡੇ ਮਤਲਬ ਕਮੇਟੀ ਨੇ ਕੀਤੀ, ਸਾਡੇ ਸਿੱਖ ਸੰਗਤਾਂ ਨੇ ਸਹਿਯੋਗ ਨਾਲ, ਯੋਗਦਾਨ ਨਾਲ ਹੋਇਆ। ਹੁਣ ਇਸ ਲਈ ਤਾਂ ਬਹੁਤ ਬੜੀ ਇਮਾਰਤ ਹੈ। ਉਸ ਟਾਈਮ ਖਾਲੀ ਇਹ ਸੀ, ਅਤੇ ਇੱਥੇ ਫਿਰ ਇਹ ਜਿਹੜਾ ਪਿਛਲਾ ਇਲਾਕਾ ਪੂਰਾ ਉਜਾੜ ਹੋਇਆ ਕਹਿੰਦੇ ਨੇ ਉਸ ਜ਼ਮਾਨੇ ਵਿੱਚ। ਸਾਡੇ ਬਜ਼ੁਰਗ ਪੁਰਾਣੇ ਦੱਸਦੇ, ਦਾਦੇ ਪੜਦਾਦੇ, ਅਤੇ ਉਹਨਾਂ ਨੇ ਫਿਰ ਦੂਰੋਂ ਕੁਝ ਸਿੱਖ ਸੰਗਤ ਲਿਆ ਕੇ ਇੱਥੇ ਵਸਾਈ। ਜਿਹੜੇ ਦੂਰ ਦਰਾਜ਼ ਦੇ ਇਲਾਕੇ ਦੇ ਸਨ, ਕੁਛ ਉਸ ਜ਼ਮਾਨੇ ਵਿੱਚ ਕਹਿੰਦੇ ਨੇ ਕੋਈ ਡਾਕਾ ਪੈਂਦਾ ਸੀ, ਉਸੀ ਧਾੜ ਕਹਿੰਦੇ ਸਨ ਕਿ ਧਾੜ ਪਈ ਆ ਭਾਈ। ਉਹ ਲੋਕ ਲੁਟੇਰੇ ਡਾਕੂ ਆਉਂਦੇ ਸਨ, ਲੋਕਾਂ ਨੂੰ ਲੁੱਟ ਕੇ ਲੈ ਜਾਂਦੇ ਸਨ। ਉਹ ਲੋਕ ਕੁਛ ਇੱਕ ਤੰਗ ਵੀ ਸਨ। ਉਹ ਸੰਤ ਭਾਈ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਭਾਈ
ਸੰਤ ਭਾਈ ਬਹਾਦਰ ਸਿੰਘ ਜੀ ਨੇ ਉਹਨਾਂ ਨੂੰ ਵੀ ਮਤਲਬ ਕਿ ਮੋਟੀਵੇਟ ਕੀਤਾ ਔਰ ਉਹ ਭਾਈ ਤੁਸੀਂ ਉੱਥੇ ਆ ਕੇ ਚਲੋ ਬਸੋ ਔਰ ਸੇਫ ਹੋ ਉੱਥੇ ਤੁਸੀਂ ਇੱਥੇ ਆਏ ਔਰ ਉਹਨਾਂ ਨੇ ਕੋਈ ਫਿਰ ਆਪਣਾ ਬਸਤੀ ਬਸਾਣੀ ਸ਼ੁਰੂ ਕੀਤੀ ਔਰ ਪਿੰਡ ਦਾ ਨਾਂ ਰੱਖਿਆ ਖੜੀ ਧਰਮਸਾਲ। अच्छा, धर्मशाला बनाई गई। धर्मशाला यानी ये हो सकना उस टाइम आज जैसे उसका कन्वर्ट करके देरी या पूजा ना स्थान नहीं उड़िया नहीं लेकिन मेरे ख्याल प्रचार केंद्र सी ਇਹ ਪ੍ਰਚਾਰ ਕੇਂਦਰ ਸੀ ਇਸ ਦੇ ਵਿੱਚ ਉਹਨਾਂ ਨੇ ਅਗਰ ਇੱਕ ਸਿੱਖ ਕਮਿਊਨਿਟੀ ਪੂਰੀ ਆ ਕੇ ਵਸਾਈ ਉੱਥੇ ਤਾਂ ਇਸ ਦਾ ਮਤਲਬ ਪ੍ਰਚਾਰ ਹੀ ਹੈ ਨਾ ਉਹ ਵੀ ਇੱਕ ਉਹਨਾਂ ਦੀ ਆਬਾਦਕਾਰੀ ਵਾਸਤੇ ਅਗਰ ਕੀਤਾ ਤਾਂ ਬਹੁਤ ਧਰਮਸਾਲ ਹੈ ਹੀ ਹਾਂ ਧਰਮਸਾਲ ਦਾ ਮੀਨਿੰਗ ਹੀ ਤੁਸੀਂ ਸਮਝਦੇ ਹੋ ਕਿ ਕੀ ਧਰਤੀ ਥਾਪ ਰੱਖੀ ਧਰਮਸਾਲ ਤੇ ਧਰਮ ਕਮਾਇਆ ਜਾਏ ਜਿੱਥੇ ਇਬਾਦਤ ਦੀ ਗੱਲ ਹੋਵੇ ਉਸ ਦੇ ਵਿੱਚ ਮਤਲਬ ਬੰਦਗੀ ਹੋਏ। ਇਹ ਵਾਰ ਜਦੋਂ ਧਰਮਸਾਲ ਬਣੀ ਇਸ ਤੋਂ ਬਾਅਦ ਇਸਨੇ ਦੇਖ ਰੇਖ ਕੌਣ ਕਰਨ ਰਿਹਾ ਉਹਨੇ ਤੋਂ ਬਾਅਦ ਬਹਾਦਰ ਸਿੰਘ ਹੋਰਾਂ ਤੋਂ ਬਾਅਦ? ਉਹਨਾਂ ਤੋਂ ਬਾਅਦ ਫਿਰ ਉਹਨਾਂ ਦੀ ਅੰਸ਼ ਚੱਲਦੀ ਸੀ ਅੱਗੇ ਉਹਨਾਂ ਦੇ ਭਤੀਜੇ ਹੋਇਆ ਫਿਰ ਅੱਗੇ ਉਹਨਾਂ ਦਾ ਚੱਲਦੇ ਰਹੇ ਇਸ ਤਰ੍ਹਾਂ। ਉਸ ਵਿੱਚ ਇਹ ਹੈ ਕਿ ਕਰਾਮਾਤ ਇਹਨਾਂ ਦੀ ਅਗਰ ਮੈਂ ਤੁਸੀਂ ਦੱਸਾਂ ਜੋ ਸਾਡੇ ਬਜ਼ੁਰਗਾਂ ਨੇ ਦੱਸਿਆ ਸਾਡੇ ਪਿਓ ਦਾਦੇ ਦੇ ਟਾਈਮ ਜੋ ਹੋਈ ਕਰਾਮਾਤ ਇੱਕ ਈਵੈਂਟ ਮੈਂ ਦੱਸ ਸਕਦਾ ਕਿਉਂ ਕਿ ਸਾਰੀਆਂ ਕਰੀਏ ਤਾਂ ਇਤਿਹਾਸ ਬਹੁਤ ਲੰਬਾ ਹੈ ਉਹਨਾਂ ਦਾ। ਇੱਕ ਵਾਰ ਇਹ ਸੀ ਕਿ ਸਾਡੇ ਪੁੰਛ ਦਾ ਜਿਹੜਾ ਰਾਜਾ ਹੁੰਦਾ ਸੀ ਉਹ ਐਕਚੁਅਲੀ ਸ਼ਿਕਾਰ ਕਰਨ ਜਾਂਦਾ ਹੁੰਦਾ ਸੀ ਖੜੀ ਤੋਂ ਅੱਗੇ ਤਰੋਟੀ ਵੀ ਜਾ ਕੇ ਉਹਨਾਂ ਦੇ ਹਾਥੀ ਵਗੈਰਾ ਬਣਦਾ ਸੀ ਹਾਥੀ ਉੱਪਰ ਸਵਾਰ ਹੋ ਕੇ ਜਾਂਦਾ ਸੀ ਅਤੇ ਲੋਕਾਂ ਹੀ ਲੈ ਜਾਂਦੇ ਸਨ ਕਿ ਬਈ ਚਲੋ ਤੁਸੀਂ ਚੱਲ ਕੇ ਤਾਂ ਉੱਥੇ ਉਹ ਇੱਕ ਪਾਸੋਂ ਹੱਲਾ ਕਰਦੇ ਸਨ ਕੋਈ ਜਾਨਵਰ ਨਿਕਲਦਾ ਸੀ ਉਹ ਸ਼ਿਕਾਰ ਕਰਦੇ ਸਨ। ਉਸ ਜ਼ਮਾਨੇ 'ਚ ਸੀ ਕਿ ਰਾਜਾ ਜਿਹੜਾ ਹਾਥੀ ਉੱਪਰ ਚੜ੍ਹ ਕੇ ਜਾਂਦਾ ਸੀ ਪੁੰਛੋਂ ਅਤੇ ਉੱਥੇ ਤਰੋਟੀ ਜਾ ਕੇ ਉਹਨਾਂ ਦਾ ਸਟੇ ਹੁੰਦਾ ਸੀ ਉੱਥੋਂ ਉਤਰ ਕੇ ਫਿਰ ਉਹ ਜੰਗਲ ਵੀ ਜਾਂਦਾ ਸੀ ਪਾਰ ਜਿੱਥੇ ਕਿਤੇ ਸ਼ਿਕਾਰ ਮਿਲਦਾ ਸੀ ਉਸੀ ਉਹ ਇਲਾਕੇ ਵਿੱਚ ਉਸਨੇ ਆਪਣੀ ਸਰਚ ਕਰਨੀ ਹੁੰਦੀ ਸੀ ਤਾਂ ਬੈਠਣਾ ਹੁੰਦਾ ਸੀ ਅਤੇ ਇੱਧਰੋਂ ਜਾ ਰਹੇ ਸਨ ਰਾਜਾ ਨਾਲ ਬੈਠਾ ਦਾ ਸੀ ਅਤੇ ਮਾਨ ਸਾਹਿਬ ਜਿਹੜੇ ਸੰਤ ਭਾਈ ਬਹਾਦਰ ਸਿੰਘ ਜੀ ਮਹਾਰਾਜ ਹੋਏ ਇਸ ਅੰਸ਼ ਵਿੱਚੋਂ ਅੱਗੇ ਜਿਹੜਾ ਨੰਬਰਦਾਰ ਸੀ ਉਸ ਟਾਈਮ ਖੜੀ ਧਰਮਸਾਲ ਦਾ ਉਹ ਇਹਨਾਂ ਦੇ ਕਹਿੰਦੇ ਕਿ ਇਹਨਾਂ ਦਾ ਭਤੀਜਾ ਸੀ ਜਾਂ ਕੋਈ ਮਤਲਬ ਇਸ ਦਾਦੇ ਪੋਤਰਿਆਂ ਵਿੱਚੋਂ ਸਕਾ ਸੀ ਬਿਲਕੁਲ। ਉਹ ਨੈਕਸਟ ਟਾਈਮ ਉਹ ਦੇਖਭਾਲ ਹੀ ਕਰਿਆ ਔਰ ਖੜੀ ਦਾ ਨੰਬਰਦਾਰ ਵੀ ਸੀ ਉਸ ਜ਼ਮਾਨੇ 'ਚੋਂ ਅਤੇ ਜਿਸ ਟਾਈਮ ਉਹ ਗਏ ਤਾਂ ਉਹ ਉਸ ਵੇਲੇ ਥੋੜ੍ਹਾ ਸ਼ਖਸੀ ਰਾਜ ਸੀ ਦੁਨੀਆ ਹੀ ਥੋੜ੍ਹਾ ਜਿਹਾ ਦਬਾਅ ਵਿੱਚ ਵੀ ਰੱਖਦੇ ਸਨ ਅਤੇ ਰਾਜਾ ਹਾਥੀ ਉੱਪਰ ਸੀ ਤਾਂ ਅੱਗੇ ਜਿਹੜਾ ਉਸਦਾ ਹਾਥੀਵਾਨ ਸੀ ਉਹ ਜਿਸ ਪਹਿਲਵਾਨ ਕਹਿੰਦੇ ਸਨ ਉਸ ਵੇਲੇ ਸਾਰੇ ਲੋਕ ਉਹ ਕਹਿੰਦੇ ਸਨ ਚਲਾਉਣ ਵਾਲਾ ਸੀ। ਉਹ ਜਿਹੜਾ ਰਾਜਾ ਤੋਂ ਲੰਘਦਾ ਕਿਸੇ ਬੂਟਾ ਸੀ ਕੋਈ ਉਸਦੀ ਟਾਹਣੀ ਥੱਲੇ ਆਈ ਦੀ ਸੀ ਤਾਂ ਉਸਦੇ ਸਿਰ ਦੇ ਨਾਲ ਲੱਗ ਗਈ ਅਤੇ ਉਸਨੇ ਕਿਹਾ ਬਈ ਸਰਦਾਰ ਜੀ ਹੈ ਗੱਲ ਸੁਣੋ ਇੱਧਰ ਆਓ। ਨੰਬਰਦਾਰ ਸੀ ਜਿਹੜਾ ਤੂੰ ਇੱਥੇ ਦਾ ਨੰਬਰਦਾਰ ਹੈ ਉਸਨੇ ਮਤਲਬ ਕਮਾਂਡ ਵਿੱਚ ਕਿਹਾ ਉਸਨੂੰ ਆਕੜ ਵਿੱਚ ਕਿਹਾ ਥੋੜ੍ਹਾ ਕਿ ਮੈਂ ਬਈ ਰਾਜੇ ਦਾ ਇਹ ਹਾਂ ਉਹ ਹਾਂ ਅਤੇ ਉਸਨੇ ਕਿਹਾ ਕਿ ਡਾਲੀ ਜਿਹੜੀ ਹੈ ਕੱਟ ਛੋੜਿਆ ਵਾਪਸ ਜਿਲਾ ਅਸਾਂ ਤਾਂ ਡਾਲੀ ਕੱਟੀ ਨਹੀਂ ਹੋਣੀ ਚਾਹੀਦੀ ਸਰਕਾਰ ਦੀ ਪੱਗ ਨਾਲ ਲੱਗੀ ਹੈ ਅਤੇ ਰਾਜਾ ਸੁਣ ਰਿਹਾ ਸੀ ਉਹ ਸਾਇਲੈਂਟ ਰਿਹਾ ਉਸਨੇ ਕੁਛ ਨਹੀਂ ਕਿਹਾ ਉਸਨੂੰ ਅਤੇ ਅਗਰ ਨਾ ਕੱਟੀਏ ਤਾਂ ਕਿਸੇ ਨਾਲ ਟੰਗ ਸਾਂ 'ਤੇ ਰਹੀ ਮੈਂ ਇਹ ਚੀਜ਼ ਮਤਲਬ ਸਾਡੇ ਬਜ਼ੁਰਗ ਦੱਸ ਰਹੇ ਕੋਈ ਬਹੁਤ ਪੁਰਾਣੀ ਗੱਲ ਨਹੀਂ ਸਾਡੇ ਦਾਦੇ ਪਿਓ ਦੇ ਟਾਈਮ ਦੀ ਗੱਲ ਹੈ ਅਤੇ ਉਸਨੇ ਦਿਲ ਵਿੱਚ ਬਹੁਤ ਆ ਗਿਆ ਮੇਰਾ ਅਪਮਾਨ ਹੋਇਆ ਬਈ ਇਸਨੇ ਕੀ ਕਹਿਣਾ ਲਗਾਣਾ। ਉਸਨੇ ਕਿਹਾ ਜਿੰਦਾ ਵਾਪਸ ਆਏਗਾ ਤਾਂ ਮੇਰੇ ਟੰਗੇਗਾ ਤਾਂ ਟੰਗੇਗਾ ਉੱਪਰ ਅਤੇ ਜੇ ਜਿੰਦਾ ਹੀ ਨਾ ਵਾਪਸ ਆਏ ਤਾਂ ਕਿਉਂ ਕਰੇਗਾ। ਉਸਨੇ ਸੋਚਿਆ ਹੋਣਾ ਕਿ ਮੈਂ ਕਹਿ ਰਿਹਾ ਰਾਜਾ ਵੀ ਸੁਣਦਾ ਰਿਹਾ ਲੇਕਿਨ ਉਸਨੇ ਕੁਛ ਨਹੀਂ ਕਿਹਾ ਕਿ ਭਾਈ ਕਿਉਂ ਮੈਂ ਇਹ ਚੀਜ਼ ਇਸਨੇ ਕਿਸ ਤਰ੍ਹਾਂ ਕਹੀ। ਐਕਚੁਅਲੀ ਜਾ ਕੇ ਜਿੱਥੇ ਉਹਨਾਂ ਨੇ ਉੱਥੇ ਹਾਥੀ ਬੰਧੇ ਜਾ ਕੇ ਜਿੱਥੇ ਉਤਰਿਆ ਤਾਂ ਰਾਜਾ ਚਲਾ ਗਿਆ ਸ਼ਿਕਾਰ ਵਾਸਤੇ ਉਸਨੇ ਦੇਖ ਰਿਹਾ ਕਿ ਹਾਥੀਆਂ ਦੀ ਕਰਨੀ ਸੀ ਉੱਥੇ ਹੀ ਰਿਹਾ ਬੰਦਾ ਅਤੇ ਬਾਅਦ ਵਿੱਚ ਇੱਕ ਹਸਤਨ ਜਿਹੜੀ ਸੀ ਉਹ ਵਿਗੜ ਗਈ ਕੁਛ ਅਚਾਨਕ ਹੋ ਗਈ ਉਸ ਦੇ ਵਿੱਚ ਉਹ ਟੈਰੀਬਲ ਬਣ ਜਾਂਦਾ ਜਿਸ ਲਈ ਹਾਥੀ ਵਿਗੜ ਜਾਂਦਾ ਅਤੇ ਉਸਨੇ ਉਹ ਗਿਆ ਉਸਨੂੰ ਕਾਬੂ ਕਰਨ ਵਾਸਤੇ ਕੰਟਰੋਲ ਕਰਨੇ ਤੋਂ ਉਸਨੇ ਗੁੱਸੇ 'ਚ ਆਈ ਤਾਂ ਉਸਨੂੰ ਪੈਰਾਂ ਥੱਲੇ ਪਾਇਆ ਇੱਕ ਲੱਤ ਉਸਦੀ ਆਪਣਾ ਪੈਰ ਇੱਕ ਲੱਤ 'ਤੇ ਰੱਖਿਆ ਤਾਂ ਦੂਜੀ ਸੁੰਡ ਦੇ ਨਾਲ ਖਿੱਚੀ ਦੋ ਫਾੜ ਕਰਕੇ ਸੱਟ ਦਿੱਤਾ ਉੱਥੇ। ਇਹ ਮਤਲਬ ਦੇਖਾ ਦੇਖੀ ਉੱਥੇ ਗੱਲ ਹੋ ਗਈ ਰਾਜਾ ਸ਼ਿਕਾਰ 'ਚ ਉਸਨੂੰ ਖਲਬਲੀ ਮਚ ਗਈ ਪੂਰੇ ਇਲਾਕੇ ਵਿੱਚ। ਉਹਨਾਂ ਕਿਹਾ ਬਈ ਇਹ ਕੀ ਹੋ ਗਿਆ। ਉਹਨਾਂ ਜੇ ਫਿਰ ਉਹ ਰਾਜੇ ਕੀ ਇਤਲਾਹ ਦਿੱਤੀ ਅਤੇ ਰਾਜੇ ਨੇ ਫਿਰ ਉਹ ਆ ਗਏ ਉਸੇ ਵੇਲੇ ਸ਼ਿਕਾਰ ਸ਼ਿਕੂਰ ਛੋੜਿਆ ਭਾਈ ਬੰਦਾ ਮਾਰੇ। ਰਾਜੇ ਦੇ ਮਾਇੰਡ ਵਿੱਚ ਆ ਗਿਆ ਬਈ ਵਾਹ ਬਈ ਉਹ ਤਾਂ ਉਸ ਬੰਦੇ ਨੇ ਕਿਹਾ ਸੀ ਕਿ ਤੂੰ ਜਿੰਦਾ ਆਏਗਾ ਤਾਂ ਮੈਨੂੰ ਟੰਗੇਗਾ ਇਸ ਦਾ ਮਤਲਬ ਇਹ ਤਾਂ ਕਰਾਮਾਤ ਉਸਦੀ ਹੈ ਭਾਈ। वो आया वापस उससे रास्ते लंघ गया फिर उन्होंने सरदार साहब की सिंह साहब की बुलाया उसे क्या कि है महाराज है थोड़ी जी नरमी रखियो हुण है अगे वास्ते कि तुसां जेड़ा बचन इस तरह का बचन थोड़े नरम करियो। नहीं गल सुनो उस वेले ते क्या कमाल है हुण जेड़ा उत्थे गुरुद्वारा साहब बनिया ये किहड़े सन च बनिया? ये गुरुद्वारा साहब बनिया जी 1975-76 ਵਿੱਚ मतलब इसकी पहला एक गुरुद्वारा साहब कच्चा बनिया सी यानी छत सी मिट्टी शिट्टी पाई दी सी। ਉਸ ਤੋਂ ਬਾਅਦ ਫਿਰ ਕਰਦਿਆਂ ਇਹ ਹੁਣ ਅੱਜ ਤੋਂ 8-10 ਸਾਲ ਪਹਿਲਾਂ ਮਤਲਬ ਇਹ 15 ਸਾਲ ਪਹਿਲਾਂ ਤੋਂ ਇਹ
ਸਾਰੀ ਹੋ ਰਹੀ ਆ, ਅੱਜ ਵੀ ਕੰਸਟਰਕਸ਼ਨ ਚੱਲ ਰਹੀ ਆ। ਜਿਹੜੇ ਥੋੜੇ ਤੇ ਸਾਲੋਂ ਸਾਲ ਸਮਾਗਮ ਹਾਂਜੀ, ਗੁਰਮਤਿ ਸਮਾਗਮ ਸਿਧਾਂਤਕ ਸਮਾਗਮ ਬਿਲਕੁਲ ਕਮਾਲ ਦੇ ਹੈ ਨਾ। ਗੁਰਮਤ ਆਪਣੇ ਸਮਾਗਮ ਹੁੰਦਾ ਹਰ ਸਾਲ ਜੂਨ ਵਿੱਚ, ਮਈ ਤੋਂ ਸ਼ੁਰੂ ਹੋ ਜਾਂਦਾ ਹੈ ਔਰ ਜੂਨ ਨਾਲ ਮਿਲਦਾ ਰਹਿੰਦਾ। ਜੁਲਾਈ ਦੇ ਵਿੱਚ ਉਸਦਾ ਫਾਈਨਲ ਮਤਲਬ ਪਾਠਾਂ ਦੀ ਲੜੀ ਚੱਲਦੀ ਹੈ। ਇਹ ਪ੍ਰਬੰਧ ਜਿਹੜਾ ਉੱਥੇ ਲੋਕਲ ਉੱਥੇ ਜਾਂ ਕੋਈ ਲੋਕਲ ਉੱਥੇ ਕਮੇਟੀ ਆ ਜਿਹੜੀ ਉਹ ਕਰਦੀ ਆ, ਬਾਕੀ ਸੰਗਤਾਂ ਦਾ ਸਹਿਯੋਗ ਹੈ ਪੂਰਾ। ਹਾਂਜੀ, ਉਸ ਦੇ ਨਾਲ ਪੂਰਾ ਸੰਗਤਾਂ ਰਾਜਸਥਾਨ ਤੋਂ, ਸਾਡੇ ਕੁਝ ਅਲਵਰ ਤੋਂ ਆਉਂਦੇ ਸਨ, ਪਹਿਲਾਂ ਗੰਗਾਨਗਰ ਤੋਂ ਆਉਂਦੇ ਸਨ, ਪੰਜਾਬ ਤੋਂ ਆਉਂਦੇ ਹਨ, ਬਾਕੀ ਸ਼ਰਧਾਲੂ ਜਿਹੜੇ ਵੀ ਹਨ, ਬਾਕੀ ਜਥਾ ਵਗੈਰਾ ਕੀਰਤਨ ਵਗੈਰਾ ਦੇ ਰਹਿਣ ਬਹਿਣ ਦਾ ਬੰਦੋਬਸਤ ਹੈ ਉੱਥੇ। ਰਹਿਣ ਬਹਿਣ ਦਾ ਬਹੁਤ ਬੜਾ ਹੁਣ ਹੋ ਗਿਆ ਦਾ, ਫਸਟ ਕਲਾਸ ਕਮਰੇ ਸਭ ਰਹਿਣ ਦਾ ਐਕੋਮੋਡੇਸ਼ਨ ਪੂਰੀ ਬਣੀ ਦੀ ਹੈ ਉੱਥੇ। ਹਾਂਜੀ ਹਾਂਜੀ। ਅੱਛਾ, ਹੁਣ ਜਿਹੜਾ ਕੋਈ ਆਏ ਉੱਥੇ ਰਹਿ ਸਕਦਾ। ਹਾਂ, ਰਹਿ ਸਕਦਾ। ਬੇਸਿਕਲੀ ਇਹ ਸੀ ਗੱਲ। ਸੁਣੋ, ਇਹ ਜਿਹੜਾ ਨਾਮ ਜਿਸ ਤਰ੍ਹਾਂ ਇਸ ਦਾ ਨਾਮ ਵੀ ਦੇਰੀ ਸਾਹਿਬ, ਇੱਕ ਕੋਈ ਰਾਵਲਾਕੋਟ ਸੀ ਉਹਦਾ ਨਾਮ ਵੀ ਦੇਰੀ ਸਾਹਿਬ, ਉੱਥੇ ਵੀ ਦੇਰੀ ਸਾਹਿਬ ਹੋਈ ਹੈ, ਰਾਵਲਾਕੋਟ ਵਿੱਚ ਵੀ ਹੋਈ ਹੈ। ਬੇਸਿਕਲੀ ਦੇਰੀ ਲਫ਼ਜ਼ ਕੀ ਹੈ ਭਈਆ? ਜਿਹੜੀ ਛੋਟੀ ਇਮਾਰਤ, ਕੋਈ ਛੋਟਾ ਗੋਲ ਟਾਈਪ ਦੇਰੀ ਹੁੰਦੀ ਹੈ, ਜਿਹੜਾ ਦੇਵਰਾ ਮਸਜਿਦ ਹੋਈ, ਪੂਜਾ ਨਵਾਜ਼ ਹੋਈ, ਸਮਝ ਗਏ ਹੋ ਨਾ। ਦੇਰਾ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਕੋਈ ਮੜੀ ਜਿਹੀ ਬਣੀ ਦੀ ਹੈ ਜਿਸ ਦੇ ਵਿੱਚ ਕੋਈ ਰੱਬ ਦੀ ਕੋਈ ਬੰਦਗੀ ਕਰੇ, ਗੁਫਾ ਦੀ ਤੌਰ 'ਤੇ ਹੋਏ। ਉਹ ਉਸ ਜ਼ਮਾਨੇ ਵਿੱਚ ਤਾਂ ਇਹ ਹੋਈ ਹੈ। ਅੱਜ ਉਸ ਨੂੰ ਕੋਈ ਕੁਝ ਕਹਿੰਦੇ ਗੁਰਦੁਆਰਾ ਹੀ ਹੈ, ਉਦੋਂ ਦੇਰੀ ਬਣਾਉਂਦੇ ਸਨ, ਛੋਟਾ ਜਿਹੀ ਗੁਫਾ ਬਣਾਉਂਦੇ, ਉੱਥੇ ਆਪਣੀ ਪੂਜਾ ਪਾਠ ਕਰਦੇ ਸਨ। ਨਾਲੇ ਮੈਨ ਪਲੱਸ ਪੁਆਇੰਟ ਇਹ ਸੀ ਕਿ ਉਹਨਾਂ ਸਮਿਆਂ ਵਿੱਚ ਇੰਨਾ ਜ਼ਿਆਦਾ ਉਸ ਹਿਸਾਬ ਨਾਲ ਪ੍ਰਚਾਰ ਵੀ ਨਹੀਂ ਕਿ ਪ੍ਰਕਾਸ਼ ਵੀ ਹੋ ਸਕੇ। ਇਸ ਤਰ੍ਹਾਂ ਨਹੀਂ ਸੀ ਉਸ ਟਾਈਮ। ਲੇਕਿਨ ਗੱਲ ਉੱਥੇ ਜਿਹੜੀ ਸੀ ਉਹ ਧਰਮ ਸੀ, ਰਾਸ਼ਟਰ ਸੀ, ਮੁੱਕਦੀ ਹੈ ਗੱਲ ਧਰਮ ਉੱਪਰ, ਧਰਮ ਪ੍ਰਚਾਰ ਹੀ ਆ। ਇਸੇ ਕਰਕੇ ਸਾਰੇ ਇਲਾਕੇ ਨਾ ਦੇਰੀ ਸਾਹਿਬ ਬੜਾ ਜ਼ਿਕਰ। ਹਾਂਜੀ ਹਾਂਜੀ। ਉਹ ਬੇਸਿਕਲੀ ਇਹ ਦੇਰੀ ਸਾਹਿਬ ਜਿਹੜੀ ਧਰਮਸ਼ਾਲ ਹੀ ਸੀ। ਹਾਂ, ਧਰਮਸ਼ਾਲ ਹੈ ਨਾ, ਖੜੀ ਧਰਮਸ਼ਾਲ ਦੇ ਵਿੱਚੋਂ ਗੁਰਦੁਆਰਾ ਹੀ ਸੀ ਨਾ, ਸਮਝੋ ਕਿ ਗੁਰਦੁਆਰਾ ਸਾਹਿਬ ਸੀ ਇਹ। ਕਿਉਂਕਿ ਅੱਜ ਦੇਖੋ ਸਾਡੇ ਕੋਲ ਸਰਮਾਇਆ, ਅਸਾਂ ਇੰਨੇ ਵੱਡੇ ਗੁਰਦੁਆਰੇ ਬਣਾ ਲਏ, ਉਹਨਾਂ ਸਮਿਆਂ 'ਚ ਸਰਮਾਇਆ ਹੈ ਨਹੀਂ ਸੀ। ਹਾਂਜੀ ਹਾਂਜੀ। ਸਾਡੇ ਬਜ਼ੁਰਗ ਕੀ ਕਰਦੇ ਨੇ ਕਿ ਛੋਟਾ ਜਿਹਾ ਕਮਰਾ ਬਣਾ ਲਿਆ, ਉਹਦੇ ਵਿੱਚ ਬੈਠ ਕੇ ਉਹਨਾਂ ਨੇ ਭਜਨ ਬੰਦਗੀ ਕਰਨੀ। ਬਾਕੀ ਕੋਈ ਐਸੀ ਕੋਈ ਉਹ ਇਹ ਚੀਜ਼ ਨਹੀਂ ਸੀ। ਇਹ ਕੋਈ ਮਤਲਬ ਇਹ ਨਹੀਂ ਸੀ ਕਿ ਜਿਸ ਤਰ੍ਹਾਂ ਕੋਈ ਮੜੀ ਛੜੀ ਨਹੀਂ ਸੀ। ਨਾ ਮੜੀ ਨਹੀਂ, ਇਹ ਇੱਕ ਧਰਮਸ਼ਾਲ ਸੀ। ਧਰਮਸ਼ਾਲ ਸੀ। ਉਸ ਤੋਂ ਬਾਅਦ ਇਹ ਸੀ ਕਿ ਜਿਹੜੇ ਇੱਥੇ ਕੁਝ ਇਵੈਂਟਸ ਹੁੰਦੇ ਸਨ, ਜਿਸ ਤਰ੍ਹਾਂ ਆਈ ਖੇਲਾਂ ਹੁੰਦੀਆਂ, ਗੱਤਕਾ ਹੈ ਦੂਸਰਾ। ਉਸ ਟਾਈਮ ਕਹਿੰਦਾ ਸੀ ਕਿ ਕੁਝ ਉੱਥੇ ਗ੍ਰਾਂ ਦੇ ਲੋਕ ਜਿਹੜੇ ਸਨ, ਉਸੇ ਗੁਰਦੁਆਰਾ ਸਾਹਿਬ ਦੀ ਤਰਫੋਂ ਮਤਲਬ ਲੋਕ ਜਿਹੜੇ ਉੱਥੇ ਪ੍ਰਬੰਧਕ ਸਨ, ਦੇਖਭਾਲ ਕਰਨ ਵਾਲੇ, ਸਾਰੇ ਮਿਲ ਕੇ ਪਿੰਡ ਦੇ ਕੇ ਕਰਦੇ ਸਨ ਕਿ ਭੁਗਦੁਰ ਚੁੱਕਦੇ ਸਨ, ਪੱਥਰ ਵਗੈਰਾ, ਕੋਈ ਬੀਣੀਆਂ ਪੋਗਣੀਆਂ, ਬਾਂਹ ਪੋਗਣੀ, ਤੇ ਬਾਕੀ ਕਬੱਡੀ ਦਾ ਖੇਲ ਹੁੰਦਾ ਸੀ। ਮਤਲਬ ਜਿਹੜਾ ਗੁਰੂ ਪਾਤਸ਼ਾਹ ਦਾ ਸਿਧਾਂਤ ਸੀ, ਤੁਸੀਂ ਅੱਜ ਵੀ ਜਦੋਂ ਜਿੱਥੇ ਧਰਮ ਪ੍ਰਚਾਰ ਹੁੰਦਾ ਸੀ, ਜਿੱਥੇ ਧਰਮ ਦੀ ਗੱਲ ਸੀ, ਉੱਥੇ ਨਾਲ ਫਿਜ਼ੀਕਲ ਫਿਟਨੈਸ ਦੀ ਵੀ ਸੀ। ਦੇਖੋ ਮੱਲ ਖਾੜਾ ਤੁਹਾਡੇ ਕੋਲ ਪ੍ਰੂਫ ਹੈ, ਤੁਸੀਂ ਆਪਣਾ ਚਲੇ ਜਾਓ ਖੰਡੂਰ ਸਾਹਿਬ, ਉੱਥੇ ਗੁਰਦੁਆਰਾ ਮੱਲ ਖਾੜਾ। ਜੀ ਠੀਕ ਹੈ। ਹਾਂਜੀ ਹਾਂਜੀ। ਉਹ ਤੇ ਅੱਛਾ, ਅਕਾਲ ਤਖਤ ਚਲੇ ਜਾਓ, ਅਕਾਲ ਤਖਤ ਕੀ ਸੀ? ਇੱਥੇ ਗੁਰੂ ਸਾਹਿਬ ਜਿਹੜੇ ਸੀ ਯੋਧਿਆਂ ਦੀਆਂ ਕੁਸ਼ਤੀਆਂ ਹੁੰਦੀਆਂ ਸਨ। ਹਾਂਜੀ। ਔਰ ਇਹ ਅੱਜ ਸਾਡੇ ਸਮਾਜ ਚੋਂ ਲੋਪ ਹੋ ਗਏ। ਦੇਖੋ ਗੁਰਦੁਆਰੇ ਨੇ ਨਾਲ ਇਹ ਚੀਜ਼ਾਂ ਬੜੀ ਜ਼ਰੂਰੀ ਸਨ। ਅੱਜ ਸਾਡਾ ਧਿਆਨ ਸਾਰਾ ਪੈ ਗਿਆ ਗੁਰਦੁਆਰੇ ਦੀਆਂ ਬਿਲਡਿੰਗਾਂ ਉੱਚੀਆਂ ਕਰਨ। ਅੱਜ ਇਹ ਮਾਰਸ਼ਲ ਆਰਟ ਸਾਰਾ ਟੋਟਲ ਖਤਮ ਹੋ ਗਿਆ। ਹਾਂਜੀ। ਕਿੱਥੇ ਕੁਸ਼ਤੀਆਂ, ਅੱਜ ਕਿੱਥੇ ਗੁਰਦੁਆਰਿਆਂ ਦੇ ਨਾਲ। ਵੈਸੇ ਚਲੋ ਅੱਜ ਨੇ ਜੇ ਸਮੇਂ ਦੀ ਗੱਲ ਕਰੀਏ, ਸਮੇਂ ਨਾਲ ਅਸੀਂ ਬਦਲੀ। ਅੱਜ ਗੁਰਦੁਆਰੇ ਦੇ ਨਾਲ JS ਉਹ ਜਾਂ ਅਖਾੜਾ ਨਹੀਂ ਬਣਾ ਸਕਦੇ, ਵੀ ਘੱਟੋ ਘੱਟ ਇੱਕ ਜਿਮ ਹੋਏ। ਚਲੋ ਮਾਡਰਨ ਢੰਗ ਨਾਲ ਗੁਰਦੁਆਰੇ 'ਚ ਜਿਮ ਹੋਏ। ਸਾਡੇ ਜੇ ਗੁਰੂ ਸਾਹਿਬ ਨੇ ਉਸ ਟਾਈਮ ਬਣਾਇਆ ਸੀ ਨਾ, ਮਤਲਬ ਫਿਜ਼ੀਕਲੀ ਫਿਟਨੈਸ ਵਾਸਤੇ ਸੀ ਨਾ ਜੀ। ਅੱਜ ਦੇ ਸਮੇਂ ਅਸ ਗੁਰਦੁਆਰੇ ਦੇ ਨਾਲ ਜਿਮ ਰੱਖ ਸਕਦੇ ਹਾਂ। ਤੇ ਉਹ ਮਤਲਬ ਕਿ ਸਾਡੇ ਬਜ਼ੁਰਗਾਂ ਬੜੇ ਕਮਾਲ ਦਾ ਸਿਸਟਮ ਰੱਖਿਆ ਨਾ ਸਾ, ਜਿੱਥੇ ਧਰਮਣੀ ਨੌਲੇਜ ਵੀ ਸੀ, ਉੱਥੇ ਸਰੀਰਕ ਤੌਰ ਤੇ ਵੀ ਜਿਹੜਾ ਫਿਜ਼ੀਕਲੀ ਫਿਟਨੈਸ ਵਾਸਤੇ ਵੀ ਜ਼ਰੂਰੀ ਸੀ। ਅੱਛਾ। ਬੰਦਾ ਚੁਸਤ ਰਹੇਗਾ, ਤੰਦਰੁਸਤ ਰਹੇਗਾ। ਮੈਂ ਮੈਨ ਚੀਜ਼ ਇਹ ਸੀ ਜਿਸ ਕਰਕੇ ਤੁਹਾਡੇ ਨਾਲ ਕਿ ਮੈਂ ਜਿੰਨਾ ਵੀ ਬਜ਼ੁਰਗਾਂ ਦਾ ਇੰਟਰਵਿਊ ਕੀਤੇ, ਸਾਰਿਆਂ ਨੇ ਦੇਰੀ ਸਾਹਿਬ ਦਾ ਜ਼ਿਕਰ, ਤੇ ਮੇਰੇ ਮਨ 'ਚ ਵੀ ਇਹ ਦੇਰੀ ਕੀ ਹੈ, ਦੇਰੀ ਸਾਹਿਬ। ਤੇ ਬੜਾ ਵਧੀਆ ਤੁਸੀਂ ਕਲੀਅਰ ਕੀਤਾ ਕਿ ਦੇਰੀ ਦਰਅਸਲ ਉਹਨਾਂ ਸਮਿਆਂ 'ਚ ਆਪਣੇ ਸਰਮਾਏ ਅਨੁਸਾਰ ਇੱਕ ਛੋਟਾ ਜਿਹਾ ਗੁਰਦੁਆਰਾ ਸੀ। ਪਰ ਉਹਨਾਂ ਸਮਿਆਂ 'ਚ ਇੰਨਾ ਜ਼ਿਆਦਾ ਸਾਡਾ ਬਜ਼ੁਰਗ ਜਿਹੜੇ ਸਨ, ਕੋਈ ਜਿਹੜਾ ਪਾਠੀ ਵੀ ਜਿਹੜੇ ਨਾ ਹੋਣਾ, ਇਸ ਕਰਕੇ ਉਹ ਪ੍ਰਕਾਸ਼ ਵੀ ਨਹੀਂ ਸੀ ਕਰਨੇ। ਲੇਕਿਨ ਸ਼ਾਮ ਸਵੇਰੇ ਉੱਥੇ ਜਾ ਕੇ ਸਾਰੇ ਬੈਠ ਕੇ ਉਹ ਆਪਣਾ ਜਿਹੜਾ ਨਿਤਨੇਮ ਬੰਦਗੀ ਜਿਸ ਢੰਗ ਨਾਲ ਚਾਹੇ ਸਿਮਰਨੀਆਂ ਕਰਦੇ ਹੋਣਗੇ, ਔਰ ਉਸੇ ਦੇਰੀਆਂ ਸਾਹਿਬ ਦੇ ਨਾਲ ਜਿਹੜੀਆਂ ਹੋਣੀਆਂ ਸੀ, ਤੇ ਉਹਨਾਂ ਦੇ ਨਾਲ ਇਹ ਜਿਹੜੇ ਮੱਲ ਅਖਾੜੇ ਸਾਰੇ ਚੱਲਦੇ ਸਨ। ਸੋ ਬੜਾ ਧੰਨਵਾਦ ਪਾਪਾ ਜੀ, ਤੁਸੀਂ ਬੜੀ ਬਹੁਤ ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਨੇ ਆਪਣਾ ਟਾਈਮ ਜ਼ਾਇਆ ਕਰਕੇ। ਤੁਸੀਂ ਵੀ ਸੇ ਠੀਕ ਠਾਕ ਹੈ? ਹਾਂਜੀ ਠੀਕ ਠਾਕ। ਯਾਤਰਾ ਕਰ ਆਇਓ ਤੇ ਅਸੀਂ ਯਾਤਰਾ ਬੜੀ ਤੁਹਾਡੀ ਕਿਰਪਾ ਆਈ, ਗੁਰੂ ਮਹਾਰਾਜ ਨੇ ਬੁਲਾਇਆ। ਪਰਮਾਤਮਾ ਨੇ ਜੀ, ਚਲੋ ਗੁਰੂ ਮਹਾਰਾਜ ਨੇ ਸੱਦਿਆ ਤੇ ਤੁਹਾਡਾ ਨਾਲ ਉਪਰਾਲਾ ਹੋਇਆ। ਤੁਸਾਂ ਦੀਆਂ ਨੇਕੀਆਂ ਨਹੀਂ ਕੋਈ ਮੁਕਾ ਸਕਣਾ, ਜਿਹੜੇ ਸੁੱਤੀ ਕੌਮ ਨੂੰ ਜਗਾ ਰਹੀ ਹੋ ਜ਼ਿਲ੍ਹਾ। ਤੁਸੀਂ ਬੜੀ ਕਮਾਲ ਜਿਹੜੀ ਤੇ ਬੜੇ ਇਤਿਹਾਸ ਦੇਖੇ, ਬੜੀਆਂ ਕਮਾਲ ਜਗ੍ਹਾ ਦੇਖੀਆਂ। ਫਿਰ ਆਪ ਤੁਸਾਂ ਦਾ ਕਹਿਣਾ ਉਹੀ ਹੈ ਕਿ ਕੋਈ ਵਿੱਚ ਬੜੀਆਂ ਕਮੀਆਂ ਨੇ, ਅਸਾਂ ਲੋਕਾਂ ਕੀ ਸਮਝ ਨਹੀਂ ਆਣੀਆਂ। ਕੋਈ ਬੜਾ ਹੈ ਤਾਂ ਉਸ ਪੰਜਾਬ ਨੇ
ਦੇਖ ਹੀ ਸਕਣਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਮੇਰੇ ਬਾਵੇ ਨੇ ਹੁਕਮ ਹੈ ਵਿਛੜਿਆਂ ਨੂੰ ਮਿਲਾਉਂਦਾ ਬਿਲਕੁਲ। ਤੇ ਡੂਬਿਆਂ ਨੂੰ ਉਤਾਰਦਾ ਹੈ। ਇਹ ਤੁਹਾਡੀ ਉਹ ਕੌਮ ਹੈ ਕਿ ਤੁਸੀਂ ਅਸੀਂ ਵਿਛੜਿਆਂ ਨੂੰ ਲੋਕਾਂ ਕੀ ਮਿਲਾਉਂਦੇ ਹੋ, ਸਾਡੇ ਦੁਖੀਆਂ ਦੀਆਂ ਗੱਲਾਂ ਸੁਣਦੇ ਹੋ, ਅੱਗੇ ਪਜਾਓਗੇ। ਅਗਲੇ ਆਉਣੇ ਵਾਲੇ ਸਮੇਂ 'ਚ ਕੋਈ ਬੱਚਾ ਹੋਇਆ ਤਾਂ ਦੇਖੇਗਾ। ਅੱਜ ਪੰਜਾਬ ਵਿੱਚ ਧਰਤੀ ਹੀ ਦੇਖਣੇ ਆ ਤਾਂ ਮਹਾਰਾਜ ਨਾਲ ਗੁਰਦੁਆਰਾ ਹੀ ਦੇਖਣੇ ਆ, ਉਹ ਵਿਛੋੜੇ ਵਾਲੀਆਂ ਜਗ੍ਹਾ ਦੇਖਣੇ ਆ ਤੇ ਬੜਾ ਮਨੇ 'ਚ ਕੁਝ ਹੋਣਾ ਕਿ ਰੱਬਾ ਬੜੇ ਲੋਕ ਕਿੱਧਰ ਕੀ ਚਲੇ ਗਏ। ਇਹ ਗੱਲ ਹੈ। ਚਲੋ ਜੀ, ਇਹ ਜਿਹੜੀ ਹੈ ਥੋੜਾ ਸਮਝ ਇਤਿਹਾਸ ਬਣ ਰਿਹਾ ਹੈ। ਤੇ ਸਭ ਤੋਂ ਮਹਾਰਾਜ ਤੁਹਾਡਾ ਹੈ। ਜੇ ਗੁਰੂ ਮਹਾਰਾਜ ਨੇ ਬੰਦਾ ਭੇਜਿਆ ਸੀ ਤਾਂ ਤੁਸੀਂ ਇਹ ਧਰਤੀਆਂ ਦਸੀਆਂ, ਸਾਡੇ ਲੋਕਾਂ ਦੀਆਂ ਗੱਲਾਂ ਸੁਣੀਆਂ, ਅੱਗੇ ਪਜਾਓਗੇ। ਅਗਲੇ ਲੋਕ ਸੁਣ ਕੇ ਆਖਣਗੇ ਦੇਖਾ ਬੜੀਆਂ ਚੀਜ਼ਾਂ ਸੀ ਕਲੀਅਰ ਹੋਣੀਆਂ ਬੜੀਆਂ। ਦੇਖਾ ਮੈਂ ਬੜੀ ਵਾਰ ਸੁਣਿਆ ਸੀ ਕਿ ਉਹ ਜਿਹੜੀ ਦੇਰੀ ਦੀ ਇਹ ਸ਼ਾਇਦ ਪਤਾ ਨਹੀਂ ਕੋਈ ਬੰਦਾ ਮਰਨਾ ਉਸ ਨੇ ਕਬਰ ਬਣਾਈ ਹੋਣੀ ਸੀ, ਕਨਸੈਪਟ ਹੀ ਕਲੀਅਰ ਨਹੀਂ ਸੀ। ਉਹਨਾਂ ਮਾਸਟਰ ਨੇ ਗੱਲ ਸਹੀ ਪਤਾ ਹੀ ਸੀ। ਗੁਰਦੁਆਰਾ ਉਹਨਾਂ ਸਮੇਂ ਲੋਕ ਬਣਾ ਲਏ ਸਨ, ਬੜਾ ਵਧੀਆ ਉਹਨਾਂ ਦਾ ਸਿਸਟਮ ਸੀ ਇੱਕ ਧਰਮ ਕਮਾਉਣ ਦਾ ਜੀ। ਤਾਂ ਦੇਖੋ ਆਈ ਪੈਸਿਆਂ ਪਰ ਗੱਲ ਆ ਗਈ, ਉਹ ਆਟੇ ਚਾਵਲੇ ਨਹੀਂ ਗੱਲ ਹੋਣੀ ਸੀ। ਕੋਲੀ 'ਚ ਪਾਈ ਲਈਏ, ਦਾਣੇ ਚਾਰ ਲਈਏ, ਛੋੜੀ ਛੋੜਨੇ ਸੀ। ਅੱਜ ਲੋਕਾਂ ਨੇ ਕਾਫੀ ਧਰਮ ਨੇ ਬੇਅਬਦੀ ਕਰੀ ਛੋੜੀ। ਦੇਖਣੇ ਆਇਓ ਤੇ ਖੁਦ ਜਾਣੀ ਜਾਣ ਲੋ। ਇੱਕ ਹੋਰ ਸੇ ਦੀ ਅੱਛਾ ਚਲੋ ਕੋਈ ਗੱਲ ਨਹੀਂ, ਬਸ ਉਹ ਐਕਚੁਅਲੀ ਸੀ ਜਦੋਂ ਇਹ ਤਾਂ ਮੇਰੀ ਸਮਾਜ ਦੀ ਵੀ ਗੱਲ ਹੈ, ਕੋਈ ਬਹੁਤ ਪੁਰਾਣੀ ਨਹੀਂ ਹੈ। ਜਦੋਂ ਇਹ ਮੱਕ ਦੀ ਬਿਜਾਈ ਦਾ ਟਾਈਮ ਆਉਂਦਾ ਸੀ ਸਾਡੇ ਉੱਥੇ ਪਿੰਡਾਂ ਦੇ ਲੋਕਾਂ ਦੇ ਪੂਰੇ ਉਸ ਇਲਾਕੇ ਵਿੱਚ, ਤੇ ਬਾਰਿਸ਼ ਨਹੀਂ ਸੀ ਹੁੰਦੀ। ਕਈ ਵਾਰ ਦੁਨੀਆ ਵੇਟ ਕਰਦੀ ਸੀ, ਇੰਤਜ਼ਾਰ ਕਰਨੀ ਸੀ ਕਿ ਭਾਈ ਬਾਰਿਸ਼ ਹੋਵੇ ਤਾਂ ਮੱਕ ਬੀਜਾਂ, ਤੇ ਕਾਫੀ ਲੇਟ ਹੋ ਗਈ ਭਾਈ। ਹੁਣ ਅੱਗੇ ਫਸਲ ਆਉਣ ਵੀ ਬਾਰਿਸ਼ਾਂ ਲੱਗ ਜਾਣਗੀਆਂ, ਫਿਰ ਮੌਨਸੂਨ ਆ ਜਾਣਗੀਆਂ, ਤੇ ਉਸ ਵੇਲੇ ਸਾਡਾ ਜਿਹੜਾ ਫਿਰ ਇਹ ਗੋਡੀ ਛੋਡੀ ਨਹੀਂ ਹੋਏਗੀ। ਤੇ ਉਹ ਫਿਰ ਕੀ ਕਰਦੇ ਸੀ, ਸਾਰੇ ਪਿੰਡ ਵਿੱਚੋਂ ਅਗਰਾਈ ਕਰਦੇ ਸਨ। ਥੋੜਾ ਬਹੁਤਾ ਅਨਾਜ ਲਈ ਉਸੇ ਕਰੀ ਪ੍ਰੋਗਰਾਮ ਕਰਨਾ ਪ੍ਰੋਗਰਾਮ ਕੇ ਦਲੀਆ ਬਣਾਉਂਦੇ ਸਨ, ਪ੍ਰਸ਼ਾਦ। ਉਹ ਗੁੜ ਵਾਲਾ ਦਲੀਆ, ਮਤਲਬ ਮਿੱਠਾ ਦਲੀਆ ਬਣਾ ਕੇ ਦੇਖਿਆ ਪਾਪਾ ਜੀ। ਸਾਡੀ ਹੈ ਮੇਰੀ ਇੰਨੀ ਉਮਰ ਨਹੀਂ, ਉਹ ਜੀ ਅਸੀਂ ਵੀ ਦੇਖੀ ਬਈ ਲੋਕ ਕਰਦੇ ਸੀ ਉੱਥੇ ਕਰਕੇ ਜਿਹੜਾ। ਔਰ ਇਹ ਇਤਨੀ ਚੀਜ਼ ਸੀ ਕਿ ਇਹ ਭਰੋਸਾ ਕਿ ਸੀ ਅੱਖਾਂ ਦੇਖੀ ਹੈ ਕਿ ਉਹ ਜਿਸਲੇ ਅਰਦਾਸ ਵਗੈਰਾ ਕਰਦੇ ਉੱਥੇ ਪਾਠ ਕਰਨਾ ਮਹਾਰਾਜ ਦਾ, ਆਨੰਦ ਸਾਹਿਬ ਦਾ ਪਾਠ ਕਰਨਾ, ਹੋਰ ਬਾਣੀ ਪੜ੍ਹਨੇ ਤੋਂ ਬਾਅਦ ਜਿਸਲੇ ਅਰਦਾਸ ਕਰਨੀ, ਅਰਦਾਸ ਤੋਂ ਬਾਅਦ ਪ੍ਰਸ਼ਾਦ ਵਰਤਾਣੇ ਹੋਣੇ ਸਨ। ਤਾਂ ਮਤਲਬ ਅਸੀਂ ਆਪਣਾ ਸੰਭਾਲ ਹੀ ਨਹੀਂ ਸਨ ਸਕਣੇ, ਇਤਨੀ ਬਾਰਿਸ਼ ਆ ਜਾਣੀ ਸੀ। ਇਹ ਮੇਰੇ ਅੱਖਾਂ ਦੇਖੀ। ਬਸ ਅੱਜ ਭਰੋਸਾ, ਧਰਮ ਇੱਕ ਵਿਸ਼ੇ ਹੀ ਭਰੋਸਾ ਹੈ ਜੀ, ਪਰਮਾਤਮਾ ਦੇ ਉੱਪਰ ਭਰੋਸਾ। ਉਹ ਕੇਂਦਰ ਜਿਹੜਾ ਕੋਈ ਮਤਲਬ ਇੱਕ ਪ੍ਰਚਾਰ ਕੇਂਦਰ, ਧਰਮ ਪ੍ਰਚਾਰ ਕੇਂਦਰ ਸੀ। ਚਲੋ ਜੀ ਪਾਪਾ ਜੀ, ਬਹੁਤ ਬਹੁਤ ਸਾਡਾ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ। ਚਲੋ ਜੀ, ਸਾਡੇ ਕੋਲ ਆਇਓ। ਆਖਰ ਗੱਲ ਆਣੀ ਰਾਜੀਆਂ ਉੱਪਰ ਮੁੱਕਣੀ ਹੈ, ਰਾਜੀਆਂ ਤੂੰ ਪਰਜਾ ਉੱਪਰ ਗੱਲ ਮੁੱਕਣੀ ਹੈ। ਪਰਜਾ ਵੀ ਸਹੀ ਹੋਣੀ ਚਾਹੀਦੀ ਨਾਲ, ਤੇ ਫਿਰ ਰਾਜੇ ਵੀ ਥੋੜੇ ਨਿਆਏ ਕਰਨ। ਬਿਲਕੁਲ, ਅੱਜ ਵੀ ਰਾਜੇ ਸ਼ੀ ਮੁਕੱਦਮ ਕੁੱਤੇ ਬਣੇ ਦੇ। ਬਸ ਆਪ ਸਿਆਣੇ ਤੂੰ ਸਾਰੀ ਗੱਲ ਸਮਝਦੇ ਹੋ। ਚਲੋ ਜੀ, ਪਬਲਿਕ ਵੀ ਬੜੀ ਦੁਖੀ ਹੋਈ ਨਹੀਂ, ਫਿਰ ਨਹੀਂ ਲੱਗੀ ਨਹੀਂ, ਕਿਉਂਕਿ ਰਾਜੇ ਨਾਲ ਲੱਗੇ। ਪਰਮਾਤਮਾ ਕੋ ਸਮਤ ਬਖਸ਼ੇ ਜੀ। ਤੇ ਬਾਕੀ ਐਸੀ ਗੱਲ ਨਹੀਂ, ਇੱਥੇ ਕੂੜ ਰਾਜਾ ਕੂੜ ਪ੍ਰਜਾ ਹੈ। ਜਾਣਾ ਰਾਜੇ ਵੀ ਤੇ ਜਾਣਾ ਪ੍ਰਜਾ ਨੇ ਵੀ ਹੈ। ਜਿਹੜਾ ਰਾਜਾ ਚੰਗਾ ਰਾਜ ਕਰ ਜਾਏਗਾ ਤੇ ਉਹਦੇ ਜਾਣ ਗੱਲ ਅੱਗੇ ਚੰਗੀ ਦੁਨੀਆ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਲੋਕੀ ਚੇਤੇ ਕਰਨੇ। ਤੇ ਜਿਹੜਾ ਰਾਜਾ ਲਿਖ ਜਾਏਗਾ ਤਾਂ ਔਰੰਗਜ਼ੇਬ ਵੀ ਰਾਜਾ ਹੀ ਸੀ। ਦੇਖੋ ਨਾ ਕਿਤਨੇ ਆਪਣੇ ਅੱਜ ਉਹਦੀ ਮੜੀ ਉੱਪਰ ਜਿਹੜਾ ਕੋਈ ਦੀਵਾ ਬਾਲਣ ਵਾਸਤੇ ਵੀ ਨਹੀਂ, ਇਹ ਤੇ ਆਪਣੇ ਹੱਥ ਹੈ। ਜੇ ਆ ਬੀਜਿਆ ਸੋ ਲੁਣਾ ਹੈ। ਸੋ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਪ੍ਰੋਗਰਾਮ 1947 ਦਾ ਸੰਤਾਪ। ਇਹਨਾਂ ਬਜ਼ੁਰਗਾਂ ਦੇ ਕੋਲ ਬੈਠ ਕੇ ਸੱਚਮੁੱਚ ਬਜ਼ੁਰਗਾਂ ਦੇ ਕੋਲ ਬਾ ਕਮਾਲ ਨਾਲਜ ਹੈ, ਪਰ ਅਸੀਂ ਬੜੇ ਘੱਟ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਕੋਲ ਬੈਠ ਕੇ ਇਹਨਾਂ ਦੀਆਂ ਇਹ ਸਾਡਾ ਜਿਹੜਾ ਪੁਰਾਤਨ ਹਰ ਇੱਕ ਚੀਜ਼ ਦੇ ਨਾਲ ਕੋਈ ਨਾ ਕੋਈ ਸਾਡੀ ਇੱਕ ਬੜੀ ਕਮਾਲ ਦੀ ਜਿਹੜੀ ਹੈ ਉਹ ਹਿਸਟਰੀ ਜੁੜੀ ਹੋਈ ਹੈ, ਅਸੀਂ ਇਹਨੂੰ ਬਾਹਰ ਕੱਢੀਏ। ਸੋ ਭਾਈ ਸਾਹਿਬ ਪਾਸੋਂ ਬਾ ਕਮਾਲ ਜਿਹੜਾ ਇਹ ਵਿਸ਼ੇ ਕਲੀਅਰ ਕੀਤਾ ਗਿਆ ਵੀ ਜਿਹੜਾ ਸਿੱਖ ਸਮਾਜ ਵਿੱਚ ਲਫ਼ਜ਼ ਆਇਆ, ਇਹਦਾ ਪਿਛੋਕੜ ਇਹ ਹੈ ਕੀ ਸੀ, ਉਹਨਾਂ ਸਮਿਆਂ 'ਚ ਇਹਦੀ ਵਰਤੋਂ ਕੀ ਸੀ, ਤੇ ਅੱਜ ਇਹਦੀਆਂ ਵਰਤੋਂ ਜਿਹੜੀਆਂ ਕੇਵਲ ਅਸੀਂ ਪੂਜਾ ਦੇ ਰੂਪ ਦੇ ਵਿੱਚ ਕਰ ਰਹੇ ਹਾਂ, ਬੇਸਿਕਲੀ ਇਹੀ ਨਹੀਂ ਹੈ। ਇਹ ਇੱਕ ਉਹ ਸਾਡੇ ਪ੍ਰਚਾਰਕ ਕੇਂਦਰ ਸਨ ਜਿੱਥੋਂ ਸਾਨੂੰ ਗਾਂ ਅਗਲੇ ਬੰਨੇ ਜਿਹੜੀ ਸੀ ਰੋਸ਼ਨੀ ਮਿਲਦੀ ਸੀ। ਔਰ ਹਰ ਇੱਕ ਪੱਖੋਂ ਸਾਡੇ ਲੋਕੀ ਇਹਨਾਂ ਸਥਾਨਾਂ 'ਤੇ ਦੁੱਖ ਸੁੱਖ 'ਤੇ ਇਕੱਠੇ ਹੋ ਕੇ ਜਿਹੜੇ ਸਨ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਰਣਨੀਤੀ ਬਣਾਉਂਦੇ ਸੀ। ਪ੍ਰੋਗਰਾਮ 1947 ਦਾ ਸੰਤਾਪ ਬੜੀ ਛੇਤੀ ਕਿਸੇ ਹੋਰ ਬਜ਼ੁਰਗ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।